ਪਾਵਨ ਸ਼੍ਰੀ ਗੁਰੂ ਬਾਣੀ ਜੀ ਦੇ ਹੁਕਮ ਦੇ ਅਨੁਸਾਰ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲੋ ਭਾਈ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਭ ਠਾਈ। ਸਤਿਗੁਰੂ ਜੀ ਦੇ ਇਹਨਾਂ ਮਹਾਂਵਾਕਾਂ ਅਨੁਸਾਰ ਉਸ ਮਾਲਕ ਦੀ ਜੋਤ ਸਾਰਿਆਂ ਦੇ ਵਿੱਚ ਹੈ। ਸਮੁੱਚੇ ਸੰਸਾਰ ਦੀ ਉਤਪਤੀ ਇੱਕ ਨੂਰ ਵਿੱਚੋਂ, ਇੱਕ ਪ੍ਰਕਾਸ਼ ਵਿੱਚੋਂ ਹੋਈ ਹੈ। ਅਵਲ ਅੱਲਹ ਨੂਰ ਪਾਇਆ। ਸਾਰੇ ਸੰਸਾਰ ਦੀ ਉਤਪਤੀ ਉਸ ਪਰਮੇਸ਼ਰ ਦੇ ਵਿੱਚੋਂ ਹੋਈ। ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਓਅੰਕਾਰ ਪਰਮੇਸ਼ਰ ਇੱਕੋ ਹੀ ਹੈ। ਇੱਕ ਓਅੰਕਾਰ ਜੋ ਸਾਰਿਆਂ ਦੇ ਵਿੱਚ ਸੁਭਾਏਮਾਨ ਹੈ, ਬਿਰਾਜਮਾਨ ਹੈ, ਆਤਮਿਕ ਰੂਪ ਹੋ ਕਰਕੇ ਸਾਰਿਆਂ ਦੇ ਵਿੱਚ ਬੈਠਾ ਹੈ। ਸਾਰਿਆਂ ਦੇ ਵਿੱਚ, ਭਾਵੇਂ ਕੋਈ ਬ੍ਰਾਹਮਣ ਹੈ, ਖੱਤਰੀ ਹੈ, ਕੋਈ ਸ਼ੂਦਰ ਹੈ, ਕੋਈ ਵੈਸ਼ ਹੈ, ਭਾਵੇਂ ਹਿੰਦੂ ਹੈ, ਸਿੱਖ ਹੈ, ਈਸਾਈ ਹੈ, ਯੂਨਾਨੀ ਹੈ, ਕੋਈ ਬੋਧੀ ਹੈ, ਪਰਮੇਸ਼ਰ ਸਾਰਿਆਂ ਦੇ ਵਿੱਚ ਹੈ। ਇੱਕ ਪਰਮੇਸ਼ਰ, ਉਹ ਇੱਕ ਓਅੰਕਾਰ ਪਰਮੇਸ਼ਰ, ਭਾਵੇਂ ਲੋਗੋਸ ਆਖ ਲੋ, ਪੁੰਨ ਆਖ ਲੋ, ਭਾਵੇਂ ਓਅੰਕਾਰ ਆਖ ਲੋ, ਭਾਵੇਂ ਰਾਮ ਆਖ ਲੋ, ਭਾਵੇਂ ਅੱਲਾਹ ਤਾਲਾ ਆਖ ਲੋ, ਖੁਦਾ ਆਖ ਲੋ, ਸਾਰਿਆਂ ਦੇ ਵਿੱਚ ਉਹੀ ਬੈਠਾ ਹੈ। ਸਾਰਿਆਂ ਦੇ ਵਿੱਚ ਸਭਨਾ ਜੀਆਂ ਕਾ ਇੱਕ ਦਾਤਾ, ਤੋ ਮੈਂ ਵਿਸਰ ਨ ਜਾਈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੁਸਾਰ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਆਪਣੇ ਸਾਰਿਆਂ ਦਾ ਪਿਤਾ ਇੱਕ ਹੈ। ਸਾਰਿਆਂ ਦਾ ਪਿਤਾ। ਇਹਦੇ ਵਿੱਚ ਹਿੰਦੂ ਵੀ ਆ ਗਏ, ਈਸਾਈ ਵੀ ਆ ਗਏ, ਮੁਸਲਮਾਨ ਵੀ ਆ ਗਏ, ਸਿੱਖ ਵੀ ਆ ਗਏ, ਸਾਰੇ ਆ ਗਏ। ਸਾਰਿਆਂ ਦਾ ਪਿਤਾ ਇੱਕੋ ਹੀ ਹੈ। ਉਸ ਇੱਕ ਪਰਮੇਸ਼ਰ ਨੇ ਆਪਣੇ ਦੇਸ਼ ਵਿੱਚੋਂ ਸਾਨੂੰ ਭੇਜਿਆ ਏ, ਮਨੁੱਖਾਂ ਨੂੰ। ਜੀਵ ਆਤਮਾ ਉਸ ਇੱਕ ਮਾਲਕ ਦੇ ਵਿੱਚੋਂ ਹੀ ਆਈਆਂ ਹਨ ਸਾਰੀਆਂ। ਜਦੋਂ ਆਪਾਂ ਇੱਕ ਦੇਸ਼ ਦੇ ਰਹਿਣ ਵਾਲੇ ਹਾਂ, ਉਸ ਪਰਮੇਸ਼ਰ ਦੇ ਘਰ ਦੇ ਰਹਿਣ ਵਾਲੇ ਹਾਂ, ਤੇ ਫਿਰ ਆਪਣਾ ਪਿਤਾ ਜਦੋਂ ਇੱਕ ਹੈ, ਤੇ ਫਿਰ ਧਰਮ ਦੇ ਨਾਮ ਉੱਪਰ, ਪਰਮੇਸ਼ਰ ਦੇ ਨਾਮ ਉੱਪਰ ਅਲੱਗ-ਅਲੱਗ ਸੰਪਰਦਾਵਾਂ, ਅਲੱਗ-ਅਲੱਗ ਧਰਮ ਮਨੁੱਖ ਨੇ ਕਿਉਂ ਬਣਾ ਲਏ? ਕੱਲੀਆਂ ਸੰਪਰਦਾਵਾਂ ਨਹੀਂ ਬਣਾਈਆਂ। ਸੰਪਰਦਾਵਾਂ ਦੇ ਨਾਮ ਉੱਪਰ, ਧਰਮਾਂ ਦੇ ਨਾਮ ਉੱਪਰ ਲੜਾਈ, ਝਗੜੇ, ਵਿਤਕਰੇ, ਖੂਨ ਖਰਾਬਾ, ਇਹ ਸਾਰਾ ਕੁਝ ਮਨੁੱਖ ਨੇ ਬਣਾ ਲਿਆ। ਜਦੋਂ ਆਪਣਾ ਪਿਤਾ ਇੱਕ ਹੈ, ਪਰਮੇਸ਼ਰ ਇੱਕ ਹੈ, ਤੇ ਫਿਰ ਅਸੀਂ ਉਸ ਪਰਮੇਸ਼ਰ ਨੂੰ ਕਿਸ ਤਰ੍ਹਾਂ ਵੰਡ ਸਕਦੇ ਹਾਂ? ਪਰਮੇਸ਼ਰ ਇੱਕੋ ਹੀ ਹੈ ਸਾਰਿਆਂ ਦਾ। ਜਿੰਨੇ ਵੀ ਧਾਰਮਿਕ ਗ੍ਰੰਥ ਹਨ, ਸਾਰੇ ਧਾਰਮਿਕ ਗ੍ਰੰਥਾਂ ਦਾ ਇਸ਼ਾਰਾ ਇਹੀ ਹੈ
ਕਿ ਪਰਮੇਸ਼ਰ ਇੱਕ ਹੈ। ਉਸ ਪਰਮੇਸ਼ਰ ਦੇ ਵਿੱਚੋਂ ਹੀ ਸਾਰੀਆਂ ਰੂਹਾਂ ਆਈਆਂ ਹਨ। ਜਿੰਨੀਆਂ ਵੀ ਆਤਮਿਕ ਰੂਹਾਂ ਆਈਆਂ, ਸਾਰੀਆਂ ਓਅੰਕਾਰ ਦੇ ਵਿੱਚੋਂ ਹੀ ਆਈਆਂ ਹਨ। ਉਸ ਮਾਲਕ ਨੂੰ ਯਾਦ ਕਰਨ ਦਾ, ਉਹਦਾ ਨਾਮ ਲੈਣ ਦਾ ਤਰੀਕਾ ਢੰਗ ਤੇ ਅਲੱਗ-ਅਲੱਗ ਹੈ, ਤੇ ਪਰ ਹੈ ਤੇ ਇੱਕੋ ਹੀ ਨਾ। ਪਰਮੇਸ਼ਰ ਵੱਖਰਾ ਥੋੜਾ ਹੈ। ਇਹ ਥੋੜਾ ਭਾਗ ਸਕਦੇ ਹਾਂ ਕਿ ਈਸਾਈਆਂ ਦਾ ਪਰਮੇਸ਼ਰ ਵੱਖਰਾ ਹੈ, ਸਿੱਖਾਂ ਦਾ ਵੱਖਰਾ, ਇਸਲਾਮ ਦਾ ਵੱਖਰਾ ਹੈ, ਬੋਧੀਆਂ ਦਾ ਵੱਖਰਾ ਹੈ, ਹਿੰਦੂਆਂ ਦਾ ਵੱਖਰਾ। ਪਰਮੇਸ਼ਰ ਇੱਕ ਹੈ। ਸਾਡੇ ਬਾਹਰਲੇ ਧਰਮ, ਬਾਹਰਲੇ ਪਹਿਰਾਵੇ, ਬਾਹਰਲੀ ਮਰਿਆਦਾ ਅਲੱਗ-ਅਲੱਗ ਹੋ ਸਕਦੀ ਹੈ, ਪਰ ਪਰਮੇਸ਼ਰ ਨੂੰ ਜਾਣ ਵਾਲਾ ਜਿਹੜਾ ਰਸਤਾ ਹੈ, ਉਹਦੇ ਘਰ ਨੂੰ ਜਿਹੜਾ ਰਾਹ ਜਾਂਦਾ ਹੈ, ਉਹ ਤੇ ਇੱਕ ਹੀ ਹੈ ਨਾ, ਇੱਕੋ ਹੀ ਹੈ ਨਾ। ਇਸ ਲਈ ਪਰਮੇਸ਼ਰ ਨੇ ਪੰਜਾਂ ਤੱਤਾਂ ਤੋਂ ਹੀ ਸਾਰੇ ਮਨੁੱਖ ਬਣਾਏ। ਉਸ ਪੰਜਾਂ ਤੱਤਾਂ ਤੋਂ ਸਿੱਖ ਬਣਿਆ, ਉਸੇ ਪੰਜਾਂ ਤੱਤਾਂ ਤੋਂ ਹਿੰਦੂ ਬਣਿਆ, ਉਸੇ ਪੰਜਾਂ ਤੱਤਾਂ ਤੋਂ ਈਸਾਈ ਬਣੇ, ਉਸੇ ਪੰਜਾਂ ਤੱਤਾਂ ਤੋਂ ਮੁਸਲਮਾਨ ਇਸਲਾਮ ਮਤ ਵਾਲੇ ਬਣੇ, ਉਸੇ ਪੰਜਾਂ ਤੱਤਾਂ ਤੋਂ। ਜਦੋਂ ਸਮੱਗਰੀ ਇੱਕ ਹੈ, ਸਮੱਗਰੀ ਇੱਕੋ ਹੀ ਲੱਗੀ ਹੈ ਸਾਰਿਆਂ, ਸਮੱਗਰੀ ਵੱਧ ਘੱਟ ਨਹੀਂ ਲੱਗੀ। ਸਿੱਖਾਂ ਨੂੰ ਸਮੱਗਰੀ ਵੱਧ ਨਹੀਂ ਲੱਗੀ, ਹਿੰਦੂਆਂ ਨੂੰ ਸਮੱਗਰੀ ਘੱਟ ਨਹੀਂ ਲੱਗੀ, ਸਾਰੇ ਪੰਜਾਂ ਤੱਤਾਂ ਤੋਂ ਹੀ ਬਣੇ ਹਨ। ਸ਼੍ਰੀ ਦਸਮ ਗ੍ਰੰਥ ਜੀ ਦੇ ਬਚਨ ਹਨ, ਮਾਨਵ ਕੀ ਜਾਤ ਸਭੈ ਏਕ ਪਹਿਚਾਨ ਬੋ। ਮਨੁੱਖ ਦੀ ਤੇ ਇੱਕੋ ਜਾਤ ਹੈ, ਉਹ ਕੀ ਹੈ? ਪ੍ਰੇਮ। ਉਸ ਪਰਮੇਸ਼ਰ ਨੇ ਮਨੁੱਖ ਨੂੰ ਪੈਦਾ ਕੀਤਾ ਹੈ ਭਗਤੀ ਕਰਨ ਵਾਸਤੇ ਤੇ ਪ੍ਰੇਮ ਕਰਨ ਵਾਸਤੇ ਪੈਦਾ ਕੀਤਾ ਹੈ। ਤੇ ਮਨੁੱਖ ਨੇ ਇੱਥੇ ਆ ਕੇ ਧਰਮਾਂ ਦੇ ਨਾਮ ਉੱਪਰ, ਗ੍ਰੰਥਾਂ ਦੇ ਨਾਮ ਉੱਪਰ ਅਲੱਗ-ਅਲੱਗ ਸੰਪਰਦਾਵਾਂ ਬਣਾ ਲਈਆਂ, ਅਲੱਗ-ਅਲੱਗ ਵਿਤਕਰੇ ਬਣਾ ਲਏ, ਇੱਥੋਂ ਤੱਕ ਕਿ ਪਰਮੇਸ਼ਰ ਦੇ ਘਰਾਂ ਨੂੰ ਵੀ ਮਨੁੱਖ ਨੇ ਵੰਡ ਦਿੱਤਾ। ਪਰਮੇਸ਼ਰ ਦੇ ਜਿੰਨੇ ਵੀ ਘਰ ਹਨ, ਸਾਰਿਆਂ ਘਰਾਂ ਨੂੰ ਮਨੁੱਖ ਨੇ ਵੰਡ ਕੇ ਰੱਖ ਦਿੱਤਾ। ਤੇ ਹੈ ਪਰਮੇਸ਼ਰ ਇੱਕੋ, ਸਿਧਾਂਤ ਇੱਕੋ ਹੀ ਹੈ ਸਾਰਿਆਂ ਦਾ, ਮਨੁੱਖ ਵੀ ਇੱਕੋ ਹੀ ਹੈ, ਸਾਰਿਆਂ ਨੂੰ ਇੱਕੋ ਸਮੱਗਰੀ ਲੱਗੀ ਹੈ। ਤੇ ਫਿਰ ਸਾਡੇ ਸਰੀਰ ਦੇ ਅੰਦਰ ਜੋ ਮਾਲਕ ਦੀ ਜੋਤ ਹੈ, ਉਹ ਵੀ ਇੱਕੋ ਹੀ ਹੈ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਪਰ ਭੂਰ ਰਹਿਆ, ਸਭ ਮਹਿ ਜੋਤ, ਜੋਤ ਹੈ ਸੋਏ। ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਬੇਸ਼ੱਕ ਸਰੀਰ ਸਾਡਾ ਅਲੱਗ-ਅਲੱਗ ਹੈ, ਪਹਿਰਾਵਾ ਸਾਡਾ ਅਲੱਗ ਹੈ, ਧਰਮ ਸਾਡੇ ਅਲੱਗ-ਅਲੱਗ ਹਨ, ਪਰ ਸਰੀਰ ਦੇ ਅੰਦਰ ਉਸ ਨਿਰੰਕਾਰ ਦੀ ਜੋਤ ਦੇ ਇੱਕੋ ਹੀ ਹੈ ਨਾ ਸਾਰਿਆਂ ਦੇ ਵਿੱਚ। ਜੋਤ ਦਾ ਪ੍ਰਕਾਸ਼, ਉਹਦਾ ਚਾਨਣ ਵੀ ਇੱਕੋ ਹੀ ਹੈ, ਸਾਰਾ ਕੁਝ ਇੱਕ ਹੈ। ਤੇ ਫਿਰ ਅਸੀਂ ਪਰਮੇਸ਼ਰ ਦੇ ਨਾਮ ਉੱਪਰ ਇੰਨੇ ਵਿਤਕਰੇ, ਇੰਨੀਆਂ ਵੰਡੀਆਂ ਕਿਉਂ ਬਣਾ ਕੇ ਬੈਠ ਗਏ? ਧੰਨ ਗੁਰੂ ਪਿਤਾ ਜੀ ਦੀ ਬਾਣੀ ਦੇ ਅਨੁਸਾਰ ਜਿੰਨੇ ਸਮੇਂ ਤੱਕ ਸਾਡੀ ਬੁੱਧੀ ਦੇ ਉੱਪਰ ਅਗਿਆਨ ਦਾ ਪਰਦਾ ਹੈ, ਜਿੰਨੇ ਸਮੇਂ ਤੱਕ ਸਾਡੀ ਮੱਤ ਦੇ ਉੱਪਰ ਅਵਿਦਿਆ ਦਾ ਪਰਦਾ ਹੈ, ਅਗਿਆਨ ਦੇ ਹਨੇਰੇ ਦੇ ਵਿੱਚ, ਅਵਿਦਿਆ ਦੇ ਹਨੇਰੇ ਵਿੱਚ ਸਾਨੂੰ ਲੱਗਦਾ ਹੈ ਕਿ ਸਿੱਖ ਵੱਖਰੇ ਹਨ, ਹਿੰਦੂ ਵੱਖਰੇ, ਈਸਾਈ ਵੱਖਰੇ ਤੇ ਮੁਸਲਮਾਨ ਵੱਖਰੇ ਹਨ।
ਅਗਿਆਨ ਦੇ ਹਨੇਰੇ ਵਿੱਚ ਲੱਗਦਾ ਹੈ। ਤੇ ਜਿਸ ਦਿਨ ਨਾਮ ਜਪ ਕੇ ਸੁਰਤ ਪਰਮੇਸ਼ਰ ਦੇ ਘਰ ਨੂੰ ਪਹੁੰਚ ਜਾਵੇਗੀ, ਜਦੋਂ ਅਗਿਆਨ ਦਾ ਪਰਦਾ ਇੱਕ ਪਾਸੇ ਹਟ ਜਾਵੇਗਾ ਤੇ ਜਦੋਂ ਨਾਮ ਦਾ ਚਾਨਣ ਅੰਦਰ ਹੋਵੇਗਾ, ਫਿਰ ਪਤਾ ਲੱਗੇਗਾ ਕਿ ਤੇ ਇਹ ਇੱਕੋ ਭਾਂਡੇ ਦੇ ਸਾਰੇ ਬਣੇ ਹਨ, ਇੱਕੋ ਭਾਂਡੇ ਦੇ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਉਸ ਮਾਲਕ ਨੇ, ਉਸ ਕਮਿਆਰ ਨੇ ਜੋ ਬੜਾ ਸਿਆਣਾ ਏ, ਉਹਨੇ ਪੰਜਾਂ ਤੱਤਾਂ ਤੋਂ ਸਾਰੇ ਸਰੀਰ ਬਣਾਏ, ਇੱਕੋ ਮਿੱਟੀ ਦੇ ਸਾਰੇ ਬਣੇ ਹਨ ਤੇ ਮਨ ਵੀ ਸਾਰਿਆਂ ਦਾ ਇੱਕੋ ਹੀ ਹੈ, ਤਨ ਵੀ ਇੱਕੋ ਹੀ ਹੈ, ਆਤਮਾ ਵੀ ਇੱਕ ਹੈ। ਤੇ ਫਿਰ ਮਨੁੱਖਾਂ ਨੂੰ ਆਪਸ ਵਿੱਚ ਵੰਡੀਆਂ ਪਾਉਣ ਦਾ ਫਿਰ ਲਾਭ ਕੀ ਹੋਇਆ? ਇਹ ਵੰਡੀ ਉਹਨੇ ਸਮੇਂ ਤੱਕ ਹੈ ਜਿੰਨੇ ਸਮੇਂ ਤੱਕ ਅਗਿਆਨ ਸਾਡੇ ਅੰਦਰ ਸਲਾਮਤ ਹੈ। ਜਿਸ ਦਿਨ ਨਾਮ ਜਪ ਕੇ ਅਗਿਆਨ ਦੇ ਹਨੇਰੇ ਵਿੱਚੋਂ ਸੁਰਤ ਨਿਕਲ ਜਾਵੇਗੀ ਤੇ ਫਿਰ ਸਾਨੂੰ ਗੁਰੂ ਬਾਣੀ ਦੇ ਉੱਪਰ, ਧਾਰਮਿਕ ਗ੍ਰੰਥਾਂ ਦੇ ਉੱਪਰ ਨਿਸ਼ਚਾ ਹੋਵੇਗਾ ਕਿ ਖਾਲਕ ਖਲਕ, ਖਲਕ ਮੈਂ ਖਾਲਕ, ਔਰ ਰਹੋ ਸਭ ਠਾਏ। ਸਾਰਿਆਂ ਦੇ ਵਿੱਚ ਤੇ ਉਹੀ ਬੈਠਾ ਹੈ ਜਿਹਨੂੰ ਮੈਂ ਮਿਲਣਾ ਚਾਹੁੰਦਾ, ਜਿਹਦੀ ਮੈਂ ਪ੍ਰਾਪਤੀ ਕਰਨਾ ਚਾਹੁੰਦਾ, ਜਿਹਦੀ ਮੈਂ ਬੰਦਗੀ ਕਰਦਾ, ਜਿਹਦੇ ਨਾਮ ਦਾ ਮੈਂ ਜਪ ਤਪ ਕਰਦਾ, ਉਹ ਤੇ ਸਾਰਿਆਂ ਦੇ ਵਿੱਚ ਸੁਭਾਏਮਾਨ ਹੈ, ਸਾਰਿਆਂ ਦੇ ਵਿੱਚ ਉਹੀ ਬੈਠਾ ਹੈ, ਅਲੱਗ ਅਲੱਗ ਰੂਪ ਬਣਾ ਕੇ। ਕਿਤੇ ਨਾਨਕ ਬਣ ਕੇ ਬੈਠਾ ਹੈ, ਕਿਤੇ ਰਾਮ ਬਣ ਕੇ ਬੈਠਾ ਹੈ, ਕਿਤੇ ਬੁੱਧ ਬਣ ਕੇ ਬੈਠਾ ਹੈ, ਕਿਤੇ ਮਹਾਵੀਰ ਬਣ ਕੇ ਬੈਠਾ ਹੈ, ਕਿਤੇ ਮੁਹੰਮਦ ਸਾਹਿਬ ਬਣ ਕੇ ਬੈਠਾ ਹੈ ਤੇ ਕਿਤੇ ਈਸਾ ਜੀ ਬਣ ਕੇ ਬੈਠੇ ਹਨ। ਸਾਰਿਆਂ ਦੇ ਵਿੱਚ ਤੇ ਉਹੀ ਹੈ, ਇਹ ਤੇ ਇੱਕੋ ਹੀ ਹੈ, ਪਰਮਾਤਮਾ ਪਰਮੇਸ਼ਰ ਤੇ ਇੱਕੋ ਹੀ ਹੈ। ਜਿੰਨੇ ਵੀ ਮਨੁੱਖ ਹਨ, ਸਾਰਿਆਂ ਮਨੁੱਖਾਂ ਦਾ, ਸਾਰਿਆਂ ਧਰਮਾਂ ਦਾ ਮੂਲ ਇੱਕ ਹੈ, ਪਰਮੇਸ਼ਰ। ਜਿੰਨੇ ਵੀ ਧਰਮ ਹਨ, ਜਿੰਨੇ ਵੀ ਮਨੁੱਖ ਹਨ, ਸਾਰੇ ਮਨੁੱਖ, ਸਾਰੇ ਧਰਮ ਉਸ ਪਰਮੇਸ਼ਰ ਨੂੰ ਹੀ ਮੰਨਦੇ ਹਨ। ਸਾਰਿਆਂ ਦਾ ਸਰੋਤ, ਸਾਰਿਆਂ ਦਾ ਮੂਲ, ਸਾਰਿਆਂ ਦਾ ਧੁਰਾ ਮੁੱਢ ਪਰਮੇਸ਼ਰ ਹੈ, ਇੱਕ ਪਰਮੇਸ਼ਰ। ਜੀਵ ਆਪਣੇ ਕਰਮਾਂ ਅਨੁਸਾਰ ਅਲੱਗ ਅਲੱਗ ਹੋ ਸਕਦਾ ਹੈ, ਕਰਮਾਂ ਅਨੁਸਾਰ। ਕਰਮਾਂ ਦੇ ਅਨੁਸਾਰ ਅਸੀਂ ਫਲ ਭੋਗਦੇ ਹਾਂ ਤੇ ਪਰ ਮੂਲ ਤੇ ਇੱਕੋ ਹੀ ਹੈ ਨਾ ਸਾਰਿਆਂ ਦਾ। ਮੂਲ ਤੇ ਫਿਰ ਇੱਕ ਓੰਕਾਰ ਹੀ ਹੈ ਨਾ, ਮੂਲ ਇੱਕੋ ਹੀ ਹੈ ਸਾਰਿਆਂ ਦਾ। ਧੰਨ ਗੁਰੂ ਪਿਤਾ ਨੇ ਬਾਣੀ ਵਿੱਚ ਆਖਿਆ ਹੈ ਕਿ ਮਾਲਕ ਦੇ ਘਰ ਵਿੱਚ ਸਾਡੇ ਕਰਮਾਂ ਦਾ ਲੇਖਾ ਹੋਣਾ ਹੈ। ਉੱਥੇ ਸਾਨੂੰ ਇਹ ਨਹੀਂ ਪੁੱਛਿਆ ਜਾਵੇਗਾ ਕਿ ਤੂੰ ਕਿਹੜੇ ਧਰਮ ਦਾ ਹੈ, ਤੇਰੀ ਜਾਤ ਕਿਹੜੀ ਹੈ, ਤੇਰਾ ਮਜ਼ਹਬ ਕਿਹੜਾ ਹੈ, ਤੇਰਾ ਮੁਲਕ ਕਿਹੜਾ ਹੈ। ਉੱਥੇ ਸਾਡੇ ਕਰਮਾਂ ਦਾ ਹਿਸਾਬ ਸਾਡੇ ਪਾਸੋਂ ਲਿਆ ਜਾਵੇਗਾ, ਉੱਥੇ ਸਾਡੇ ਕਰਮਾਂ ਦਾ ਲੇਖਾ ਹੋਵੇਗਾ। ਨਾ ਕਿ ਸਾਨੂੰ ਇਹ ਪੁੱਛਿਆ ਜਾਵੇਗਾ ਤੂੰ ਪੰਜਾਬ ਦੀ ਧਰਤੀ ਤੋਂ ਆਇਆ ਹੈ, ਉੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ, ਉੱਥੋਂ ਆਇਆ ਹੈ ਤੂੰ, ਤੈਨੂੰ ਛੱਡ ਦਿੱਤਾ ਹੈ। ਕਬੀਰ ਸਾਹਿਬ ਦੀ ਬਾਣੀ ਦੇ ਅਨੁਸਾਰ ਕਬੀਰ ਧਰਤੀ ਸਾਧ ਕੀ, ਜਿੰਨੀ ਵੀ ਧਰਤੀ ਹੈ, ਜਿੰਨਾ ਵੀ ਬ੍ਰਹਿਮੰਡ ਹੈ, ਭਾਵੇਂ ਉਹ ਪੰਜਾਬ ਦੀ ਧਰਤੀ ਹੈ, ਭਾਵੇਂ ਪਾਕਿਸਤਾਨ ਦੀ ਧਰਤੀ ਹੈ, ਭਾਵੇਂ ਉਹ ਅਮਰੀਕਾ ਕੈਨੇਡਾ ਦੀ ਧਰਤੀ ਹੈ, ਸਾਰੀ ਧਰਤੀ ਸਾਧੂਆਂ ਦੀ ਹੈ, ਸਾਰੀ ਧਰਤੀ ਪਰਮੇਸ਼ਰ ਦੀ ਹੈ। ਨਾਮ ਧਾਰੇ ਸਗਲੇ ਜਗ,
ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਗਲ ਆਕਾਸ਼। ਸਾਰਾ ਕੁਝ ਤੇ ਨਾਮ ਦਾ ਹੀ ਹੈ। ਫਿਰ ਅਸੀਂ ਕਿਸ ਤਰ੍ਹਾਂ ਆ ਸਕਦੇ ਹਾਂ ਕਿ ਇਕੱਲਾ ਪੰਜਾਬ ਹੀ ਐਸਾ ਹੈ ਜੋ ਗੁਰੂਆਂ ਦੀ ਧਰਤੀ ਹੈ, ਸਾਧੂਆਂ ਦੀ ਧਰਤੀ ਹੈ? ਨਹੀਂ, ਸਾਰੀ ਧਰਤੀ ਸਾਧੂਆਂ ਦੀ ਹੈ, ਸਾਰੀ ਧਰਤੀ ਨਾਮ ਦੀ। ਪੰਜਾਬ ਕੋਈ ਵਿਸ਼ੇਸ਼ ਧਰਤੀ ਨਹੀਂ, ਜਾਂ ਅਮਰੀਕਾ ਇੰਗਲੈਂਡ ਕੋਈ ਵਿਸ਼ੇਸ਼ ਧਰਤੀ ਨਹੀਂ। ਪੰਜਾਬ ਦੇ ਅੰਦਰ ਜੇ, ਹਿੰਦੁਸਤਾਨ ਦੇ ਅੰਦਰ ਜੇ ਅਵਤਾਰੀ ਪੁਰਸ਼ ਜ਼ਿਆਦੇ ਆਏ ਹਨ ਤੇ ਸਾਡੇ ਤੇ ਤਰਸ ਖਾ ਕੇ ਆਏ ਹਨ, ਸਾਡੀ ਮਾੜੀ ਹਾਲਤ ਵੇਖ ਕੇ ਆਏ। ਇਸ ਕਰਕੇ ਉਹਨਾਂ ਨੂੰ ਵਾਰ-ਵਾਰ ਇੱਥੇ ਆਉਣਾ ਪੈਂਦਾ ਹੈ, ਕਿਉਂਕਿ ਜਿੰਨਾ ਅਤਿਆਚਾਰ ਧਰਮਾਂ ਦੇ ਨਾਮ ਉੱਪਰ, ਜਿੰਨਾ ਵਾਦ ਵਿਵਾਦ ਧਰਮਾਂ ਦੇ ਨਾਮ ਉੱਪਰ, ਜਿੰਨਾ ਜਾਤੀ ਵਿਤਕਰਾ, ਜਿੰਨਾ ਖੂਨ ਖਰਾਬਾ ਪੰਜਾਬ ਦੇ ਉੱਪਰ ਹੈ, ਹਿੰਦੁਸਤਾਨ ਦੇ ਵਿੱਚ, ਉਹਨਾਂ ਕਿਸੇ ਵੀ ਦੇਸ਼ ਵਿੱਚ ਨਹੀਂ। ਇਸੇ ਕਰਕੇ ਉਸ ਮਾਲਕ ਨੂੰ, ਪਰਮੇਸ਼ਰ ਨੂੰ ਵਾਰ-ਵਾਰ ਇੱਥੇ ਆਉਣਾ ਪੈਂਦਾ, ਵਾਰ-ਵਾਰ। ਸਾਡੀ ਮੂਰਖਤਾ ਵੇਖ ਕੇ ਪਰਮੇਸ਼ਰ ਨੂੰ ਵਾਰ-ਵਾਰ ਆਉਣਾ ਪੈਂਦਾ ਹੈ ਕਿ ਮੈਂ ਤੇ ਕਈ ਵਾਰ ਇੱਥੇ ਆਇਆ ਹਾਂ, ਰਾਮ ਬਣ ਕੇ ਆਇਆ, ਕ੍ਰਿਸ਼ਨ ਬਣ ਕੇ ਆਇਆ, ਮੈਂ ਬੁੱਧ ਬਣ ਕੇ ਇੱਥੇ ਆਇਆ, ਮੈਂ ਮੁਹੰਮਦ ਬਣ ਕੇ ਇੱਥੇ ਆਇਆ, ਮੈਂ ਈਸਾ ਜੀ ਬਣ ਕੇ ਆਇਆ ਹਾਂ ਇੱਥੇ। ਕਿੰਨੀ ਵਾਰ ਇਹਨਾਂ ਨੂੰ ਸਮਝਾਇਆ ਹੈ, ਫਿਰ ਵੀ ਨਹੀਂ ਸਮਝਦੇ ਕਿ ਇੱਕ ਹੈ ਮਾਲਕ, ਪਰਮਾਤਮਾ ਇੱਕੋ ਹੀ ਹੈ, ਤੇ ਤੁਹਾਡਾ ਸਾਰਿਆਂ ਦਾ ਸਰੋਤ, ਮੂਲ, ਮੁੱਢ, ਧੁਰਾ ਇੱਕੋ ਹੀ ਹੈ, ਇਹ ਫਿਰ ਵੀ ਨਹੀਂ ਸਮਝਦਾ। ਇਸ ਕਰਕੇ ਉਹ ਫਿਰ ਗੁਰੂ ਨਾਨਕ ਬਣ ਕੇ ਆਇਆ। ਇਸ ਕਰਕੇ ਕਬੀਰ ਸਾਹਿਬ ਬਣ ਕੇ ਆ ਗਏ, ਨਾਮਦੇਵ ਬਣ ਕੇ ਆ ਗਏ, ਧੰਨੇ ਰੂਪ ਦੇ ਵਿੱਚ ਆ ਗਏ, ਤਰਲੋਚਨ ਜੀ ਬਣ ਕੇ ਆ ਗਏ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਣ ਕੇ ਆ ਗਏ। ਵਾਰ-ਵਾਰ ਉਹਨਾਂ ਨੂੰ ਇੱਥੇ ਆਉਣਾ ਤਾਂ ਪਿਆ ਕਿਉਂਕਿ ਸਾਡੀ ਹਾਲਤ ਬਹੁਤ ਤਰਸਯੋਗ ਹੈ। ਧਰਮ ਦੇ ਨਾਮ ਉੱਪਰ ਜਿੰਨਾ ਵੀ ਵਿਤਕਰਾ ਹੈ, ਜਿੰਨਾ ਵੀ ਲੜਾਈ ਝਗੜਾ ਹੈ, ਸਾਡੇ ਦੇਸ਼ ਦੇ ਵਿੱਚ ਹੈ, ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਦੇਸ਼ ਵਿੱਚ, ਪੰਜਾਬ ਦੇ ਵਿੱਚ। ਇਸ ਕਰਕੇ ਉਹ ਇੱਥੇ ਵਾਰ-ਵਾਰ ਆਉਂਦੇ ਹਨ ਤੇ ਅਸੀਂ ਅਗਿਆਨੀ ਜੀਵ ਤੇ ਬੜੇ ਮਾਣ ਨਾਲ ਆਖਦੇ ਹਾਂ, ਧਰਤੀ ਤੇ ਪੰਜਾਬ ਤੇ ਗੁਰੂਆਂ ਪੀਰਾਂ ਦੀ ਧਰਤੀ ਹੈ। ਤੇ ਫਿਰ ਅਸੀਂ ਕਮਾਈ ਕਿੰਨੀ ਕੀਤੀ? ਜੇ ਸਾਨੂੰ ਲੱਗਦਾ ਏ ਇਹ ਧਰਤੀ ਸਾਧੂਆਂ ਦੀ ਹੈ, ਅਸੀਂ ਉਹਨਾਂ ਦੇ ਕੋਲੋਂ ਲਾਹਾ ਕਿੰਨਾ ਲਿਆ ਹੈ, ਲਾਹਾ ਕਿੰਨਾ ਲਿਆ। ਇਹ ਉਹੀ ਧਰਤੀ ਹੈ ਨਾ ਜਿੱਥੇ ਮਨੁੱਖਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ। ਉਹੀ ਧਰਤੀ ਹੈ ਜਿੱਥੇ 10ਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨਿਯਮ ਦੇ ਵਿੱਚ ਚਿਣ ਕੇ ਤੁਸੀਂ ਸ਼ਹੀਦ ਕੀਤਾ ਏ। ਇਹ ਕਿਹਨੇ ਕੀਤਾ ਹੈ? ਮਨੁੱਖਾਂ ਨੇ ਕੀਤਾ। ਉਹ ਵਾਰ-ਵਾਰ ਸਾਡੇ ਵਿੱਚ ਕਿਉਂ ਆ ਰਹੇ ਹਨ? ਵਾਰ-ਵਾਰ ਸਾਡੇ ਵਿੱਚ ਇਸ ਕਰਕੇ ਆ ਰਹੇ ਕਿ ਸਾਨੂੰ ਸਮਝਾ ਦੇਣ ਕਿ ਭਾਈ ਤੁਹਾਡਾ ਮੂਲ ਇੱਕੋ ਹੀ ਹੈ ਸਾਰਿਆਂ ਦਾ। ਧਰਮ ਦੇ ਨਾਮ ਉੱਪਰ ਜਾਤੀ ਵਿਤਕਰੇ ਤੇ ਮਜ਼ਹਬਾਂ ਦੇ ਨਾਮ ਉੱਪਰ ਲੜਨਾ ਬੰਦ ਕਰ ਦਿਓ। ਤੁਹਾਨੂੰ ਸਾਰਿਆਂ ਨੂੰ ਪਰਮੇਸ਼ਰ ਨੇ 5 ਸਮੱਗਰੀਆਂ ਤੋਂ ਬਣਾਇਆ ਹੈ। ਇੱਕੋ ਹੀ ਸਮੱਗਰੀ ਲੱਗੀ ਹੈ, ਸਾਰਿਆਂ ਅਲੱਗ-ਅਲੱਗ ਨਹੀਂ ਲੱਗੀ। ਮਿੱਟੀ ਦਾ ਸਰੀਰ ਸਿੱਖ ਦਾ ਬਣਿਆ, ਮਿੱਟੀ ਦਾ ਸਰੀਰ ਹਿੰਦੂ ਦਾ ਬਣਿਆ, ਮਿੱਟੀ ਦਾ ਸਰੀਰ ਈਸਾਈ ਦਾ, ਮੁਸਲਮਾਨ ਦਾ ਬਣਿਆ। ਘੁਮਿਆਰ ਇੱਕੋ ਹੀ ਹੈ ਬਣਾਉਣ ਵਾਲਾ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰ ਹੈ। ਘੁਮਿਆਰ ਇੱਕੋ ਹੀ ਹੈ, ਮਿੱਟੀ ਵੀ ਇੱਕੋ ਹੀ ਹੈ। ਉਸ ਘੁਮਿਆਰ ਨੇ ਮਿੱਟੀ ਦੇ ਭਾਂਡੇ ਬਣਾਏ ਹਨ ਪਰ ਅਲੱਗ-ਅਲੱਗ ਬਣਾਏ। ਮਿੱਟੀ ਦਾ ਉਹਨੇ ਦੀਵਾ ਬਣਾਇਆ, ਮਿੱਟੀ ਦਾ ਘੜਾ ਬਣਾਇਆ, ਰੰਗ ਅਲੱਗ-ਅਲੱਗ ਭਰੇ ਹਨ। ਕਿਸੇ ਦਾ ਰੰਗ ਕਾਲਾ ਏ, ਕਿਸੇ ਦਾ ਗੋਰਾ ਏ,
रंग ते सारे उन्हें बनाए, पर है ते सारा कुछ मिट्टी है, ते बनाउण वाला ते इक्को ही बैठा है ना, ओंकार कुम्हार। जिसका तन मन धन सब तिसका, कोई सुगुड़ सुजानी। ਜਦੋਂ ਹੈ ਹੀ ਇੱਕ, ਫਿਰ ਉਹਦੇ ਨਾਮ ਉੱਪਰ ਇੰਨਾ ਵਾਦ ਵਿਵਾਦ ਕਾਹਦੇ ਵਾਸਤੇ? ਜੇ ਉਸ ਪਰਮਾਤਮਾ ਨੇ ਆਪਣੇ ਘਰ ਵਿੱਚੋਂ ਸਾਡੇ ਤੇ ਤਰਸ ਖਾ ਕੇ ਸਾਡਾ ਭਲਾ ਕਰਨ ਵਾਸਤੇ ਕੁਝ ਅਵਤਾਰੀ ਪੁਰਸ਼ਾਂ ਨੂੰ ਭੇਜਿਆ ਹੈ, ਤੇ ਉਹਨਾਂ ਨੇ ਇੱਥੇ ਆ ਕੇ ਜੇ ਸੰਪਰਦਾਵਾਂ ਧਰਮ ਬਣਾਏ ਹਨ, ਮਜ਼ਹਬ ਬਣਾਏ ਹਨ, ਇਸ ਕਰਕੇ ਨਹੀਂ ਬਣਾਏ ਕਿ ਅਸੀਂ ਸਮਾਂ ਪਾ ਕੇ ਲੜੀਏ ਮਰਿਆਦਾ ਦੇ ਨਾਮ ਉੱਪਰ, ਇਸ ਕਰਕੇ ਨਹੀਂ ਬਣਾਏ। ਇਹ ਮਜ਼ਹਬ ਧਰਮ ਇਸ ਕਰਕੇ ਬਣਾਏ ਗਏ, ਇਹ ਰਸਤਾ ਤਾਂ ਚੁਣਿਆ ਗਿਆ ਕਿਉਂਕਿ ਅਸੀਂ ਸਾਰੇ ਜਾਣੇ ਇੱਕ ਥਾਂ ਤੇ ਬੈਠ ਕੇ ਤੇ ਉਸ ਮਾਲਕ ਦੀ ਬੰਦਗੀ ਕਰੀਏ। ਧਰਮ ਇਸ ਕਰਕੇ ਬਣਾਇਆ ਗਿਆ, ਇਹ ਰਸਤਾ ਤਾਂ ਚੁਣਿਆ ਗਿਆ ਕਿ ਅਸੀਂ ਆਮ ਮਨੁੱਖਾਂ ਨਾਲੋਂ ਵੱਖਰੇ ਹੋ ਗਏ। ਵੱਖਰੇ ਕਿਸ ਕਰਕੇ? ਵੱਖਰੇ ਇਸ ਕਰਕੇ ਹੋ ਗਏ ਕਿਉਂਕਿ ਅਸੀਂ ਹੁਣ ਉਸ ਮਾਲਕ ਦੀ ਬੰਦਗੀ ਨਾਲ ਜੁੜ ਗਏ ਹਾਂ, ਉਹਦੇ ਭਜਨ ਨਾਲ ਜੁੜ ਗਏ ਹਾਂ। ਤੁਸੀਂ ਨਹੀਂ ਜੁੜੇ, ਤੁਹਾਡੇ ਵਿੱਚ ਸਾਡੇ ਵਿੱਚ ਫਰਕ ਪੈ ਗਿਆ ਹੈ, ਤੁਹਾਡੇ ਵਿੱਚ ਸਾਡੇ ਵਿੱਚ ਫਰਕ ਪੈ ਗਿਆ। ਇਸ ਕਰਕੇ ਕੁਝ ਧਾਰਮਿਕ ਨਿਸ਼ਾਨ ਵੀ ਇਹਨਾਂ ਨੂੰ ਦਿੱਤੇ ਗਏ। ਧਾਰਮਿਕ ਨਿਸ਼ਾਨ ਜਿਸ ਤਰ੍ਹਾਂ 5 ਕਕਾਰ ਸਾਨੂੰ ਦਿੱਤੇ ਗਏ, ਨੀਲਾ ਬਾਣਾ ਦਿੱਤਾ ਗਿਆ, ਪੀਲਾ ਬਾਣਾ ਦਿੱਤਾ ਗਿਆ, ਕਿਸੇ ਨੇ ਭਗਵੇਂ ਕੱਪੜੇ ਪਾ ਲਏ, ਕਿਸੇ ਨੇ ਜਨੇਊ ਪਾਇਆ, ਕਿਸੇ ਨੇ ਤਿਲਕ ਲਾ ਲਿਆ। ਅਲੱਗ ਪਹਿਚਾਣ ਦਿੱਤੀ ਗਈ ਹੈ, ਤੁਹਾਨੂੰ ਪਤਾ ਲੱਗੇ ਸਮਾਜ ਨੂੰ ਕਿ ਇਹ ਭਗਤੀ ਕਰਨ ਵਾਲੇ ਲੋਕ ਹਨ, ਇਹ ਉਸ ਪਰਮੇਸ਼ਰ ਨਾਲ ਜੁੜ ਗਏ। ਪਰਮੇਸ਼ਰ ਨਾਲ ਆਮ ਮਨੁੱਖ ਦੇ ਵਿੱਚ ਤੇ ਭਗਤੀ ਕਰਨ ਵਾਲੇ ਵਿੱਚ ਫਰਕ ਹੈ ਨਾ। ਜਿਹੜਾ ਭਗਤੀ ਕਰਦਾ ਹੈ ਉਹਨੂੰ ਮਾਲਕ ਦੇ ਘਰ ਵਿੱਚੋਂ ਮਾਣ ਵਡਿਆਈ ਮਿਲਦੀ ਹੈ, ਸ਼ੋਭਾ ਮਿਲਦੀ ਹੈ। ਜਿਹੜਾ ਭਗਤੀ ਨਹੀਂ ਕਰੇਗਾ ਉਹਨੂੰ ਸਜ਼ਾ ਮਿਲੇਗੀ। ਇਸ ਕਰਕੇ ਇਹ ਧਰਮ ਬਣਾਏਗੇ ਤੇ ਧਰਮ ਦੇ ਅਲੱਗ-ਅਲੱਗ ਚਿੰਨ੍ਹ ਬਣਾਏਗੇ, ਸਿਰਫ ਇਸ ਕਰਕੇ ਕਿਉਂਕਿ ਸਮਾਜ ਨੂੰ, ਦੂਜਿਆਂ ਨੂੰ ਪਤਾ ਲੱਗੇ ਇਹ ਭਗਤੀ ਕਰਨ ਵਾਲੇ ਭਗਤ ਲੋਕ ਹਨ। ਤੇ ਅਸੀਂ ਕੀ ਕੀਤਾ? ਅਸੀਂ ਮਜ਼ਹਬਾਂ ਦੇ ਨਾਮ ਉੱਪਰ, ਮਰਿਆਦਾ ਦੇ ਨਾਮ ਉੱਪਰ, ਪਰਮਾਤਮਾ ਦੇ ਨਾਮ ਉੱਪਰ ਝਗੜਾ ਕਰਤਾ। ਕੋਈ ਆਖਦਾ ਰਾਮ ਵੱਡਾ ਹੈ, ਕੋਈ ਆਖਦਾ ਨਹੀਂ ਅੱਲਾਹ ਤਾਲਾ ਵੱਡਾ ਹੈ, ਰਾਮ ਛੋਟਾ ਹੈ। ਕੋਈ ਆਖਦਾ ਨਹੀਂ ਰਾਮ ਵੀ ਛੋਟਾ ਹੈ, ਅੱਲਾਹ ਤਾਲਾ ਵੀ ਛੋਟਾ ਹੈ, ਖੁਦਾ ਵੀ ਛੋਟਾ ਹੈ, ਵਾਹਿਗੁਰੂ ਸਾਰਿਆਂ ਨਾਲੋਂ ਵੱਡਾ ਹੈ। ਤੇ ਕੋਈ ਆਖਦਾ ਨਹੀਂ ਵਾਹਿਗੁਰੂ ਵੀ ਛੋਟਾ ਹੈ, ਰਾਮ ਵੀ ਛੋਟਾ ਹੈ, ਅੱਲਾਹ ਤਾਲਾ ਵੀ ਛੋਟਾ ਹੈ, ਸਿਰਫ ਗੋਡ ਵੱਡਾ ਹੈ ਸਾਰਿਆਂ ਨਾਲੋਂ। ਗੋਡ ਸਾਰਿਆਂ ਨਾਲੋਂ ਵੱਡਾ। ਬਸ ਇਹੀ ਪਰਮੇਸ਼ਰ ਦਾ ਘਰ ਹੈ, ਇਹੀ। ਤੇ ਦੂਜੇ ਇਹ ਪਰਮੇਸ਼ਰ ਦੇ ਘਰ ਨਹੀਂ। ਪਰਮੇਸ਼ਰ ਦਾ ਘਰ ਇੱਕੋ ਹੀ ਹੈ, ਗੋਡ ਦਾ ਘਰ, ਈਸਾ ਦਾ ਘਰ। ਇੱਥੇ ਆ ਕੇ ਹੀ ਤੁਹਾਨੂੰ ਈਸ਼ਵਰ ਮਿਲੇਗਾ, ਹੋਰ ਕਿਤੇ ਜਾ ਕੇ ਨਹੀਂ। ਸਿੱਖ ਵੀ ਇਹੀ ਆਖਦੇ ਹਨ। ਸਿੱਖ ਆਖਦੇ ਹਨ ਸਿਰਫ ਗੁਰਦੁਆਰੇ ਆ ਕੇ ਹੀ ਪਰਮੇਸ਼ਰ ਮਿਲੇਗਾ, ਮੰਦਰਾਂ ਮਸੀਤਾਂ ਵਿੱਚ ਜਾ ਕੇ, ਗਿਰਜਿਆਂ ਘਰਾਂ ਵਿੱਚ ਜਾ ਕੇ ਨਹੀਂ ਮਿਲੇਗਾ। ਸਾਰੇ ਤੇ ਇਸ ਭਰਮ ਦੇ ਵਿੱਚ ਪੈ ਗਏ। ਤੇ ਜਦੋਂ ਅਸੀਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੇਖ ਲਓ, ਸਤਿਗੁਰ ਨੇ ਤੇ ਆਖਿਆ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਆਲਾਏ। ਸਤਿਗੁਰ ਨੇ ਤੇ ਆਖਿਆ ਹੈ ਕਿ ਸਾਰੇ ਉਸ ਪਰਮੇਸ਼ਰ ਨੂੰ ਮੰਨਦੇ ਹਨ, ਭਾਵੇਂ ਕੋਈ ਗਿਰਜੇ ਘਰ ਵਿੱਚ ਬੈਠ ਕੇ ਮੰਨਦਾ ਏ, ਭਾਵੇਂ ਕੋਈ ਮੰਦਰ ਵਿੱਚ ਬੈਠ ਕੇ ਮੰਨਦਾ ਏ, ਭਾਵੇਂ ਕੋਈ ਗੁਰਦੁਆਰੇ ਵਿੱਚ ਬੈਠ ਕੇ ਉਹਦੇ ਵਿੱਚ ਧਿਆਨ ਲਾ ਕੇ ਬੈਠਾ ਹੈ, ਭਾਵੇਂ ਕੋਈ ਮਸਜਿਦ ਦੇ ਅੰਦਰ ਦਰਗਾਹ ਦੇ ਵਿੱਚ ਧਿਆਨ ਲਾ ਕੇ ਬੈਠਾ ਹੈ, ਸਾਰੇ ਉਹਦੀ ਹੀ ਆਰਾਧਨਾ ਕਰਦੇ ਪਏ ਹਨ। ਸਾਰਿਆਂ ਦਾ ਇੱਕੋ ਮੂਲ ਹੈ, ਇੱਕੋ ਮੂਲ।
ਤੇ ਮਨੁੱਖ ਨੇ ਇੱਥੇ ਅਲੱਗ-ਅਲੱਗ ਜਾਤਾਂ ਬਣਾ ਲਈਆਂ। ਮਨੁੱਖ ਨੇ ਆਖ ਦਿੱਤਾ ਮੈਂ ਬ੍ਰਾਹਮਣ ਹਾਂ, ਮੈਂ ਸਾਰਿਆਂ ਨਾਲੋਂ ਉੱਚਾ ਹਾਂ। ਤੇ ਸਤਿਗੁਰੂ ਆਖਦੇ ਹਨ ਬ੍ਰਾਹਮਣ ਪਤਾ ਕੌਣ? ਬ੍ਰਹਮ ਬਿੰਦੇ ਸੋ ਬ੍ਰਹਮਤ ਕਹੀਏ, ਏਕ ਸ਼ਬਦ ਲਿਵ ਲਾਏ। ਬ੍ਰਹਮ ਤੇ ਉਹ ਹੈ ਜਿਹੜਾ ਇੱਕ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜਦਾ ਹੈ। ਬ੍ਰਹਮ ਬਿੰਦੇ ਤਿਸਕਾ ਬ੍ਰਹਮਤ ਰਹਿ। ਮਾਫ ਕਰੋ, ਪੰਕਤੀ ਇਸ ਤਰ੍ਹਾਂ ਹੈ, ਬ੍ਰਹਮ ਬਿੰਦੇ ਤਿਸਕਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਬ੍ਰਾਹਮਣ ਤੇ ਉਹ ਹੈ ਜਿਹੜਾ ਉਸ ਬ੍ਰਹਮ ਦੇ ਨਾਲ ਆਪਣਾ ਧਿਆਨ ਲਾ ਕੇ ਬੈਠਾ ਹੈ, ਜੋ ਬ੍ਰਹਮ ਦੀ ਭਗਤੀ ਕਰਦਾ ਏ, ਉਹਦੀ ਯਾਦ ਵਿੱਚ ਬੈਠਦਾ ਹੈ, ਉਹਦੇ ਨਾਲ ਆਪਣਾ ਚਿੱਤ ਜੋੜਦਾ ਹੈ, ਉਹ ਬ੍ਰਾਹਮਣ ਹੈ। ਉਹੀ ਮਾਲਕ ਦੇ ਘਰ ਵਿੱਚ ਪ੍ਰਵਾਨ ਹੈ। ਭਗਤ ਪ੍ਰਵਾਨ ਹੈ ਮਾਲਕ ਦੇ ਘਰ ਵਿੱਚ। ਭਗਤ ਉੱਥੇ ਕੋਈ ਈਸਾਈ, ਸਿੱਖ, ਮੁਸਲਮਾਨ, ਹਿੰਦੂ ਪ੍ਰਵਾਨ ਨਹੀਂ। ਉੱਥੇ ਤੁਹਾਡੀ ਭਗਤੀ ਵੇਖੀ ਜਾਵੇਗੀ, ਉੱਥੇ ਤੁਹਾਡੇ ਚੰਗੇ ਨਿਰਮਲ ਕਰਮ ਵੇਖੇ ਜਾਣਗੇ। ਉੱਥੇ ਨਹੀਂ ਪੁੱਛਿਆ ਜਾਵੇਗਾ ਤੂੰ ਸਿੱਖ ਹੈ, ਤੂੰ ਈਸਾਈ ਹੈ, ਤੂੰ ਮੁਸਲਮਾਨ ਹੈ, ਤੂੰ ਹਿੰਦੂ ਹੈ, ਤੂੰ ਬੋਧੀ ਹੈ। ਉੱਥੇ ਇਹ ਨਹੀਂ ਪੁੱਛਿਆ ਜਾਵੇਗਾ। ਉੱਥੇ ਸਿਰਫ ਨਾਮ ਪੁੱਛਿਆ ਜਾਵੇਗਾ ਕਿ ਜਪਿਆ ਹੈ। ਗੋਬਿੰਦ ਭਜਨ ਬਿਨ ਇੱਕ ਤਿਲ ਨਹੀਂ ਮਾਨੈ। ਉਸ ਕਾਲ ਨੇ ਤੁਹਾਡਾ ਨਾਮ ਵੇਖਣਾ ਹੈ, ਪਰਮਾਤਮਾ ਨੇ। ਉਹਨੇ ਵੇਖਣਾ ਹੈ ਕਿ ਨਾਮ ਕਿੰਨਾ ਜਪਿਆ ਤੂੰ। ਗੋਬਿੰਦ ਭਜਨ ਬਿਨ ਇੱਕ ਤਿਲ ਨਹੀਂ ਮੰਨੈ। ਉਹ ਰੱਤਾ ਭਰ ਵੀ ਨਹੀਂ ਮੰਨਦਾ, ਥੋੜੀ ਜਿਹੀ ਵੀ ਤੁਹਾਡੀ ਗੱਲ ਨਹੀਂ ਮੰਨੇ। ਕਿੰਨਾ ਵੀ ਆਖੋ ਹਾਂ ਭਾਵੇਂ ਕਿ ਮੈਂ ਤੇ ਸਿੱਖ ਹਾਂ, ਮੈਂ ਈਸਾਈ ਹਾਂ, ਮੈਂ ਫਲਾਣੇ ਧਰਮ ਦਾ, ਉਹਨੇ ਆਖਣਾ ਭਜਨ ਕਿੰਨਾ ਕੀਤਾ ਹੈ ਇਹ ਦੱਸ ਮੈਨੂੰ ਇਹ ਨਾ ਦੱਸ ਕਿ ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਮੈਂ ਹਿੰਦੂ ਹਾਂ, ਮੁਸਲਮਾਨ ਹਾਂ। ਇਹ ਨਹੀਂ ਮੈਨੂੰ ਚਾਹੀਦਾ। ਮੈਨੂੰ ਭਜਨ ਚਾਹੀਦਾ ਹੈ। ਤੇਰੇ ਖਾਤੇ ਵਿੱਚ ਭਜਨ ਕਿੰਨਾ ਹੈ ਮੈਨੂੰ ਇਹ ਦੱਸ, ਕਿੰਨਾ ਧਿਆਨ ਕੀਤਾ ਹੈ। ਜੇ ਸਿੱਖ ਬਣ ਕੇ ਭਜਨ ਨਾ ਕੀਤਾ ਤੇ ਫਿਰ ਤੇਰੇ ਵਾਸਤੇ ਉਹ ਖੁੱਲ੍ਹਾ ਹੈ ਦਰਵਾਜ਼ਾ ਨਰਕਾਂ ਦਾ, ਉਹ ਤੇਰੇ ਵਾਸਤੇ ਰੱਖਿਆ ਹੈ। ਇਸ ਕਰਕੇ ਧੰਨ ਗੁਰੂ ਪਿਤਾ ਜੀ ਸਾਨੂੰ ਬਾਣੀ ਵਿੱਚ ਵਾਰ-ਵਾਰ ਇਹੀ ਤਾੜਨਾ ਕਰਦੇ ਹਨ ਕਿ ਧਰਮਾਂ ਦੇ ਨਾਮ ਉੱਪਰ ਵਿਤਕਰੇ ਕਰਨੇ ਬੰਦ ਕਰੀਏ। ਸੰਤ ਮਤ ਦਾ ਮਨੋਰਥ ਹੀ ਇਹੀ ਹੈ। ਸੰਤ ਮਤ ਦਾ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਸਾਨੂੰ ਇਹ ਆਖਿਆ ਕਿ ਮਾਲਕ ਦੇ ਘਰ ਵਿੱਚ ਭਗਤੀ ਪ੍ਰਵਾਨ ਹੈ, ਉਹਦੇ ਘਰ ਦੇ ਵਿੱਚ ਭਜਨ ਪ੍ਰਵਾਨ ਹੈ, ਸਿਮਰਨ ਪ੍ਰਵਾਨ ਹੈ। ਭਾਵੇਂ ਸਿੱਖ ਬਣ ਕੇ ਕਰ ਲਓ, ਭਾਵੇਂ ਹਿੰਦੂ ਬਣ ਕੇ ਕਰ ਲਓ, ਭਾਵੇਂ ਈਸਾਈ ਬਣ ਕੇ ਕਰ ਲਓ, ਭਾਵੇਂ ਮੁਸਲਮਾਨ ਬਣ ਕੇ ਕਰ ਲਓ, ਉਹਦੇ ਘਰ ਵਿੱਚ ਸਿਰਫ ਤੁਹਾਡੀ ਬੰਦਗੀ ਵੇਖੀ ਜਾਵੇਗੀ, ਤੁਹਾਡਾ ਨਿਰਮਲ ਕਰਮ ਵੇਖਿਆ ਜਾਵੇਗਾ। ਉੱਥੇ ਤੁਹਾਡਾ ਪਹਿਰਾਵਾ ਨਹੀਂ ਵੇਖਿਆ ਜਾਵੇਗਾ। ਉੱਥੇ ਤੁਹਾਡਾ ਧਰਮ, ਤੁਹਾਡਾ ਭੇਖ, ਤੁਹਾਡਾ ਮਜ਼ਹਬ ਨਹੀਂ ਪੁੱਛਿਆ ਜਾਵੇਗਾ। ਉੱਥੇ ਤੁਹਾਡੀ ਬੰਦਗੀ, ਤੁਹਾਡੇ ਨਾਮ ਦੀ ਕਮਾਈ ਵੇਖੀ ਜਾਵੇਗੀ। ਸੋ ਧੰਨ ਗੁਰੂ ਪਿਤਾ ਜੀ ਨੇ ਬਾਣੀ ਦੇ ਵਿੱਚ ਸਾਨੂੰ ਇਹ ਪਾਵਨ ਉਪਦੇਸ਼ ਦੇ ਕੇ ਉਸ ਮਾਲਕ ਦੇ ਨਾਮ, ਉਹਦੇ ਸਿਮਰਨ, ਉਹਦੇ ਭਜਨ ਦੇ ਨਾਲ ਜੋੜਿਆ ਹੈ ਜੀ।